5-6 ਵਰਿਆਂ ਦੇ ਹੋਏ ਤੇ ਹੁਣ ਨਾ ਵਿਹੜੇ ਤੋਂ ਬਾਹਰ ਜਾਣਾ ਸ਼ੁਰੂ ਕਰਤਾ ਮਹਾਰਾਜ ਨੇ। ਤੇ ਕਹਿੰਦੇ ਇਤਿਹਾਸ 'ਚ ਇੱਕ ਗੱਲ ਹੁੰਦੀ ਆ ਕਿ ਜਿੱਥੇ ਬੜੀਆਂ ਕਿਰਪਾ ਹੋਣੀਆਂ, ਚੌਂਕੜਾ ਮਾਰ ਕੇ ਬਹਿ ਜਾਣਾ, ਸ਼ੁਰੂ ਤੋਂ ਬਚਪਨ ਤੋਂ ਹੀ ਰੱਬ ਦੀਆਂ ਬਾਤਾਂ ਕਰਨੀਆਂ। ਤੇ ਤਲਵੰਡੀ ਦੇ ਵੱਡੇ ਵੱਡੇ ਲੋਕਾਂ ਨੇ ਰੋਕ ਰੋਕ ਕੇ ਸਤਿਗੁਰੂ ਕੋਲੋਂ ਮਹਾਰਾਜ ਦੀ ਮਿੱਠੜੇ ਬੋਲ ਸੁਣਿਆ ਕਰਨੇ। ਕਹਿੰਦੇ ਆ ਇੱਕ ਦਿਨ ਘਰੋਂ ਗੜਬਾ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਹਰ ਗਏ ਤੇ ਰਸਤੇ 'ਚ ਇੱਕ ਫਕੀਰ ਸਾਧੂ ਮਿਲਿਆ। ਤੇ ਪਾਤਸ਼ਾਹ ਜੀ ਨੂੰ ਵੇਖ ਕੇ ਕਹਿਣ ਲੱਗੇ ਕਿ ਮੈਨੂੰ ਪਾਣੀ ਪੀਣ ਦੇ ਲਈ ਮੇਰੇ ਕੋਲ ਕੋਈ ਸ਼ੈ ਨਹੀਂ, ਭਾਂਡਾ ਨਹੀਂ, ਤੁਸੀਂ ਇਹ ਮੈਨੂੰ ਦੇ ਦਿਓ। ਮਹਾਰਾਜ ਨੇ ਦੇ ਦਿੱਤਾ ਸੀ। ਇਹ ਗੱਲ ਜਦੋਂ ਪਿਤਾ ਜੀ ਨੂੰ ਪਤਾ ਲੱਗੀ ਆ, ਤੇ ਕਿਉਂਕਿ ਉਹਨਾਂ ਦਾ ਤੇ ਹਰ ਮਾਪਿਆਂ ਦਾ ਇਹ ਹੁੰਦਾ ਕਿ ਬੱਚਾ ਕਿਵੇਂ ਨਾ ਕਿਵੇਂ ਪੈਸਿਆਂ ਵਾਲੇ ਪਾਸੇ ਲੱਗੇ, ਦੁਨਿਆਵੀ ਵਿਦਿਆ ਪੜ੍ਹੇ ਤੇ ਸਾਡਾ ਨਾਮ ਰੋਸ਼ਨ ਕਰੇ। ਤੇ ਪਰ ਉਹਨਾਂ ਨੂੰ ਇਹ ਬਹੁਤ ਲੇਟ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਤਾਂ ਇਸ ਧਰਤੀ ਤੇ ਆਪ ਰੱਬ ਆਏ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਇੱਦਾਂ ਰਹਿਣ ਲੱਗੇ, ਘੱਟ ਬੋਲਣਾ, ਘੱਟ ਖਾਣਾ, ਚੁੱਪ ਰਹਿਣਾ, ਚੌਂਕੜਾ ਮਾਰ ਛੱਡਣਾ, ਤੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਇਹਨਾਂ ਨੇ ਨਾ ਪੰਡਿਤ ਹਰਦਿਆਲ ਨੂੰ, ਇਹ ਬੜੇ ਕਹਿ ਲਓ ਕਿ ਪੂਜਨੀਕ ਸੀ ਉਸ ਸਮੇਂ ਦੇ ਵਿੱਚ ਮਹਾਰਾਜ ਜੀਆਂ ਦੇ, ਤੇ ਇਹਨਾਂ ਨੂੰ ਮਿਲੇ ਜਾ ਕੇ ਕਿ ਬੱਚਾ ਜੋ ਹੈ ਉਹ ਇੱਦਾਂ ਕਰਦਾ, ਬੋਲਦਾ ਘਾਟੇ, ਖਾਂਦਾ ਘਾਟੇ, ਚੁੱਪ ਰਹਿੰਦਾ, ਕਿਸੇ ਦੀ ਯਾਦ 'ਚ ਜੁੜਿਆ ਰਹਿੰਦਾ, ਇੱਕ ਵੱਖਰੀ ਖੁਮਾਰੀ ਆ ਉਹਦੇ ਚਿਹਰੇ ਤੇ। ਪੰਡਿਤ ਜੀ ਕਹਿਣ ਲੱਗੇ ਤੁਸੀਂ ਇੱਦਾਂ ਕਰੋ ਫਿਰ ਕਿ ਇਹਨਾਂ ਨੂੰ ਨਾ ਤੁਸੀਂ ਪੜ੍ਹਨੇ ਪਾ ਦਿਓ ਪਾਂਦੇ ਗੋਪਾਲ ਕੋਲੋਂ, ਤਾਂ ਕਿ ਇਹਨਾਂ ਦਾ ਮਨ ਜਿਹੜਾ ਉਹ ਲੇਖੇ ਜੋਖੇ 'ਚ ਲੱਗੇ। ਤੇ ਮਨ ਲੇਖੇ ਜੋਖੇ 'ਚ ਲੱਗਣ ਕਰਕੇ ਤੁਸੀਂ ਕਹਿੰਦੇ ਹੋ ਕਿ ਰੂਹਾਨੀ ਵਿਰਤੀ ਰੱਖਦਾ, ਤੇ ਹੋ ਸਕਦਾ ਇਹਦਾ ਪੜ੍ਹਨ ਕਰਕੇ ਧਿਆਨ ਜਿਹੜਾ ਉਹ ਖਚਿਤ ਹੋਵੇ ਸੰਸਾਰੀ ਪੱਧਰ ਤੇ। ਹੁਣ ਕਹਿੰਦੇ ਸਤਿਗੁਰੂ ਕੇ ਪਿਤਾ ਜੀ ਨਾ ਪੰਡਿਤ ਗੋਪਾਲ ਜੀ ਕੋਲ ਲੈ ਕੇ ਗਏ, ਤੇ ਕੁਝ ਥਾਲ ਦੇ ਵਿੱਚ ਮਠਿਆਈ ਲੈ ਕੇ ਗਏ, ਪੈਸੇ। ਇਹ ਨਾ ਸ਼ਗਨ ਹੁੰਦਾ ਸੰਗਤ ਜੀ। ਅੱਜ ਵੀ ਨਾ ਤੁਸੀਂ ਜਦੋਂ ਧਾਰਮਿਕ ਵਿਦਿਆ ਸਿੱਖੋ, ਤੇ ਸਾਡੇ ਧਾਰਮਿਕ ਵਿਦਿਆ 'ਚ ਹੁੰਦਾ ਕਿ ਆਪਣੇ ਉਸਤਾਦ ਨੂੰ ਅੱਜ ਵੀ ਲੋਕ ਕਹਿ ਲਓ, ਆਪਾਂ ਜਦੋਂ ਸਿੱਖਦੇ ਹਾਂ ਸੰਗੀਤ ਜਾਂ ਕੁਝ ਵੀ, ਮਠਿਆਈ ਲੈ ਕੇ ਜਾਈਦੀ ਆ, ਸ਼ਗਨ ਵਜੋਂ ਪੱਗ ਲੈ ਕੇ ਜਾਈਦੀ ਆ। ਬਜ਼ੁਰਗ ਹੋਵੇ ਕਿ ਅਸੀਂ ਅੱਜ ਤੋਂ ਤੁਹਾਡੇ ਸ਼ਾਗਿਰਦ ਬਣਨ ਲੱਗੇ ਹਾਂ, ਤੁਸੀਂ ਅੱਜ ਤੋਂ ਸਾਡੇ ਉਸਤਾਦ ਹੋ। ਇਹ ਜਿਹੜੀਆਂ ਹੁੰਦੀਆਂ ਨੇ ਪਰੰਪਰਾਵਾਂ ਧਾਰਮਿਕ ਦੁਨੀਆ 'ਚ। ਤੇ ਕਹਿੰਦੇ ਜਦੋਂ ਸਤਿਗੁਰੂ ਕੇ, ਹੁਣ ਦੇਖੋ ਪਿਤਾ ਪਟਵਾਰੀ ਨੇ, ਇਹਨਾਂ ਨੂੰ ਕਾਰਦਾਰ ਵੀ ਲਿਖਿਆ ਜਾਂਦਾ। ਪਟਵਾਰੀ ਇਕੱਲਾ ਹੁੰਦਾ ਜ਼ਮੀਨ ਦਾ ਵਪਾਰ ਕਰਨ ਵਾਲਾ, ਪਰ ਕਾਰਦਾਰ ਉਹਨੂੰ ਕਹਿੰਦੇ ਨੇ ਜੋ ਰਾਏ ਬੁਲਾਰ ਜੀ ਦੇ ਲੇਖੇ ਜੋਖੇ ਹੋਰ ਵੀ ਕਰਦੇ ਨੇ। ਪੈਸੇ ਦਾ ਸਭ ਆਣ ਜਾਣ ਲੈਣ ਦੇਣ ਉਹ ਇਹਨਾਂ ਦੇ ਕੋਲ ਹੀ ਹੁੰਦਾ ਸੀ, ਤੇ ਜ਼ਮੀਨਾਂ ਦਾ ਵੀ ਇਹਨਾਂ ਕੋਲ, ਤੇ ਬੜਾ ਸਤਿਕਾਰ ਅਸਰ ਰਸੂਖ ਸੀ। ਤੇ ਜਦੋਂ ਪਿਤਾ ਜੀ ਗਏ ਆ ਪਾਂਧਾ ਜੀ ਕੋਲ ਕਿ ਸਾਡੇ ਲਾਲ ਜੀ ਨੂੰ ਤੁਸੀਂ ਪੜ੍ਹਾਓ ਇੱਥੇ, ਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਚਲੋ ਆਉਂਦੇ ਰਹੇ। ਇਹ ਗੱਲ ਤੋਂ ਮੁਨਕਰ ਨਹੀਂ ਹੋਣਾ। ਮਹਾਰਾਜ ਨੇ ਦੁਨਿਆਵੀ ਹਰ ਉਹ ਕਰਮ ਕੀਤਾ ਸਾਧ ਸੰਗਤ ਜੀ ਜੋ ਆਮ ਬੱਚਾ ਕਰਦਾ, ਪਰ ਇੱਕ ਫਰਕ ਸੀ। ਦੁਨਿਆਵੀ ਬੱਚਾ ਕਈ ਸਾਲ ਲਾ ਕੇ ਵਿਦਿਆ ਸਿੱਖੇ ਤਾਂ ਵੀ ਨਹੀਂ ਆਉਂਦੀ, ਤੇ ਮਹਾਰਾਜ ਨੂੰ ਜੋ ਵਿਦਿਆ ਸਿਖਾਉਂਦੇ ਰਹੇ ਮਹਾਰਾਜ ਉਹ ਤੋਂ 10 ਗੁਣਾ ਵੱਧ ਮਹਾਰਾਜ ਆਪ ਉਚਾਰ ਦਿੰਦੇ ਰਹੇ। ਬਸ ਇਹ ਸੀ ਫਰਕ ਕਿ ਗੁਰੂ ਪਾਤਸ਼ਾਹ ਜੀ ਸਾਰਿਆਂ ਦਾ ਭਲਾ ਧਰਤੀ ਤੇ ਕਰਨ ਆਏ, ਤੇ ਮਹਾਰਾਜ ਦੀ ਸ਼ੋਭਾ ਵੀ ਹੋਣ ਲੱਗ ਪਈ ਸੀ ਵੱਖਰੇ ਕੌਤਕ ਵੇਖ ਕੇ ਬਚਪਨ ਦੇ। ਹੁਣ ਪਾਂਧਾ ਜੀ ਨੇ ਨਾ ਸਭ ਤੋਂ ਪਹਿਲਾਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੱਖਰ ਤੀਜੇ ਨੰਬਰ ਤੇ ਸਿਖਾਏ ਨੇ। ਉਹ ਤੋਂ ਪਹਿਲਾਂ ਜਿਵੇਂ ਕਹਿ ਲਓ ਕਿ ਗਣਿਤ ਸਿਖਾਉਣਾ ਜਾਂ ਹੋਰ, ਜਦੋਂ ਅੱਖਰਾਂ ਦੀ ਗੱਲ ਆਈ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਾਂਧਾ ਜੀ ਅੱਜ ਕੀ ਸਿਖਾਉਣ ਲੱਗੇ ਹੋ? ਕਹਿੰਦੇ ਅੱਜ ਤੁਹਾਨੂੰ ਅੱਖਰ ਪਾਣੇ ਦੱਸਣੇ ਆ, ਕਿਉਂਕਿ ਲੇਖੇ ਜੋਖੇ ਲਈ ਗਣਿਤ ਸਿਖਾਉਣੀ ਸ਼ੁਰੂ ਕਰਤੀ ਸੀ। ਤੇ ਅੱਖਰ ਕਹਿੰਦੇ ਅੱਖਰਾਂ ਨੂੰ ਜੋੜ ਕੇ ਲਫ਼ਜ਼ ਬਣਨਗੇ, ਲਫ਼ਜ਼ ਬਣਨਗੇ ਤੇ ਤੁਹਾਨੂੰ ਚਿੱਠੀਆਂ ਲਿਖਣੀਆਂ ਆ ਜਾਣਗੀਆਂ, ਕਿਉਂਕਿ ਪੁਰਾਣੇ ਸਮਿਆਂ 'ਚ ਚਿੱਠੀਆਂ ਲਿਖਣੀਆਂ ਆਉਣਗੀਆਂ ਤੇ ਤੁਸੀਂ ਚੰਗੀ ਨੌਕਰੀ ਤੇ ਲੱਗ ਸਕਦੇ ਹੋ। ਮਹਾਰਾਜ ਕਹਿੰਦੇ ਬੜੀ ਭਲੀ ਗੱਲ ਏ, ਪਰ ਗੁਰੂ ਸਾਹਿਬ ਕਹਿੰਦੇ ਕੋਈ ਇਹੋ ਜਿਹਾ ਅੱਖਰ ਵੀ ਦੱਸੋ ਜਿਹੜਾ ਸਾਈਂ ਨਾਲ ਜੋੜ ਦੇ। ਵੇਖੋ ਮਹਾਰਾਜ ਦੀਆਂ ਗੱਲਾਂ ਨਿਆਰੀਆਂ ਜੀ, ਕਿੰਨੀ ਮਹਾਰਾਜ ਦੀ ਬਚਪਨ ਦੀ ਉਮਰ ਹੋਵੇ ਕਿ ਕਦੇ ਸੰਗਤ ਜੀ ਅਹਿਸਾਸ ਕਰਿਆ ਕਰੋ ਅੱਖਾਂ ਬੰਦ ਕਰਕੇ, ਮਹਾਰਾਜ ਨੇ ਕਿਹੋ ਜਿਹੇ ਕਿਹੜਾ ਚੋਲਾ ਪਾਇਆ ਹੋਵੇਗਾ, ਮਹਾਰਾਜ ਦਾ ਚਿਹਰਾ ਕੈਸਾ ਹੋਵੇਗਾ, ਜਦੋਂ ਮਹਾਰਾਜ ਬੋਲਦੇ ਹੋਣਗੇ ਬਚਪਨ 'ਚ ਕੈਸਾ ਨੂਰ ਫੁੱਟਦਾ ਹੋਵੇਗਾ ਗੁਰੂ ਦੀਆਂ ਬਾਤਾਂ 'ਚ। ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾ ਸੱਸੇ ਅੱਖਰ ਦੀ ਵਿਆਖਿਆ ਕੀਤੀ ਜੀ, ਤੇ ਕਮਾਲ ਕਰਤਾ ਜੀ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਅੱਜ ਅੱਖਰ ਸਮਝਾਉਣ ਲੱਗੇ ਹੋ, ਕੋਈ ਰੂਹਾਨੀ ਗੱਲ ਦੱਸੋ। ਪੰਡਤ ਆਪਣੇ ਗੋਪਾਲ ਜੀ ਨਾਲ ਹੱਥ ਜੋੜ ਕੇ ਕਹਿੰਦੇ ਸਾਡੇ ਕੋਲੋਂ ਤੇ ਦੁਨੀਆ ਦੇ ਲੇਖੇ ਜੋਖੇ ਨੇ, ਜੇ ਤੁਹਾਡੇ ਕੋਲੋਂ ਕੋਈ ਹੈ ਤੇ ਸਾਨੂੰ ਦੱਸੋ ਉਹ ਪੱਟੀ। ਤੇ ਮਹਾਰਾਜ ਨੇ ਫਿਰ ਉੱਥੇ ਪੱਟੀ ਉਚਾਰੀ ਸੀ। ਉਸ ਤੋਂ ਪਹਿਲਾਂ 4 ਗੱਲਾਂ ਧਿਆਨ 'ਚ ਰੱਖਿਓ। ਮਹਾਰਾਜ ਕਹਿੰਦੇ
ਸੱਸੇ ਅੱਖਰ ਨੂੰ ਤੁਸੀਂ ਲਿਖਿਆ, ਸੱਸਾ ਦਾ ਭਾਵ ਹੈ ਸਾਹਿਬ। ਧਿਆਨ ਨਾਲ ਸੁਣਿਓ। ਤੇ ਸਾਹਿਬ ਉਹ ਜਿਹਨੇ ਸਾਰੀ ਸੱਸੇ ਤੋਂ ਸ੍ਰਿਸ਼ਟੀ ਸਾਜੀ ਆ। ਗੁਰੂ ਸਾਹਿਬ ਜੀ ਕਹਿੰਦੇ ਤੀਜੀ ਬੇਨਤੀ ਕੀਤੀ, ਸੱਸੇ ਦਾ ਭਾਵ ਵੇ ਸੇਵਾ, ਤੇ ਜੋ ਮਾਲਕ ਦੀ ਸੇਵਾ ਕਰਦੇ ਨੇ ਸੱਸੇ ਦਾ ਭਾਵ ਵੇ ਉਹ ਸਫਲ ਜ਼ਿੰਦਗੀ 'ਚ ਹੋ ਜਾਂਦੇ ਨੇ। ਵੇਖੋ ਇਹ ਸੱਸੇ ਦੀ ਵਿਆਖਿਆ ਮਹਾਰਾਜ ਕਰਦੇ ਪਏ। ਹੁਣ ਜਦੋਂ ਇਹ ਵਿਆਖਿਆਵਾਂ ਕੀਤੀਆਂ, ਹੋਰ ਵੀ ਬੱਚੇ ਬੈਠੇ, ਪੰਡਤ ਜੀ ਸੁਣ ਕੇ ਬੜਾ ਨਿਹਾਲ ਹੋਏ, ਬੜੇ ਪ੍ਰੇਮ 'ਚ ਗਏ। ਮਹਾਰਾਜ ਨੇ ਹੋਰ ਕਿਰਪਾ ਕੀਤੀ ਫਿਰ ਬਾਣੀ ਵਾਲੇ ਪਾਸੇ ਕਿ ਸੱਸੈ ਸੋਏ। ਮਹਾਰਾਜ ਕਹਿੰਦੇ ਸੱਸਾ ਉਹ ਹੈ ਪ੍ਰਮਾਤਮਾ, ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਵੇਖੋ ਜੋ ਬਿਆਨ ਆਪਾਂ ਆਰੰਭ 'ਚ ਕੀਤੀ ਨਾ ਕਿ ਉਹਦੇ ਵਿੱਚ ਉਹ ਪਰਮਾਤਮਾ ਜੀ ਵੀ ਆ ਗਏ, ਸ੍ਰਿਸ਼ਟੀ ਦੀ ਵੀ ਗੱਲ ਆ ਗਈ, ਸੇਵਾ ਦੀ ਵੀ ਗੱਲ ਆ ਗਈ, ਤੇ ਸਫਲ ਭਇਆ ਦੀ ਵੀ ਗੱਲ ਆ ਗਈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਤੁਸੀਂ ਸਾਨੂੰ ਊੜਾ ਐੜਾ ਪੜ੍ਹਾ ਰਹੇ ਹੋ। ਤੇ ਮਹਾਰਾਜ ਨੇ ਇਹ ਕਿਰਪਾ ਕੀਤੀ ਸੀ ਕਿ ਮਨ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਕਾਹੇ ਭੂਲੇ ਮੂੜ ਮਨਾ, ਲੇਖਾ ਦੇਵੈ ਵੀਰਾ ਤਉ ਪੜਿਆ। ਗੁਰੂ ਜੀ ਕਹਿੰਦੇ ਤੈਨੂੰ ਵਿਦਵਾਨ ਤਾਂ ਜਾਣਾ ਮੈਂ। ਪੰਡਤ ਜੀ ਜਾਂ ਸਾਰਿਆਂ ਨੂੰ ਮਹਾਰਾਜ ਕਹਿ ਰਹੇ ਨੇ ਕਿ ਅਸੀਂ ਕਿਸੇ ਨੂੰ ਵਿਦਵਾਨ ਪੜ੍ਹਿਆ ਲਿਖਿਆ ਗਿਆਨੀ ਤਾਂ ਮੰਨੀਏ ਜਦੋਂ ਰੱਬ ਦੇ ਘਰ ਉਹਦੇ ਕਰਮਾਂ ਦਾ ਲੇਖਾ ਹੋਵੇ ਤੇ ਸੁਰਖਰੂ ਹੋ ਕੇ ਲੰਘ ਜੇ। ਉਹ ਪੜ੍ਹਿਆ ਲਿਖਿਆ ਹੈ। ਮਹਾਰਾਜ ਕਹਿੰਦੇ ਨਹੀਂ, ਦੁਨੀਆ ਦੀ ਲੇਖੇ ਸਿੱਖ ਲੈ, ਤੇ ਜਿੱਦਣ ਕਰਮਾਂ ਦੇ ਲੇਖੇ ਦੀ ਗੱਲ ਆਵੇ ਤੇ ਉਦਣ ਜ਼ਿੰਦਗੀ ਹਾਰ ਜੇ। ਸਾਧ ਸੰਗਤ ਜੀ, ਕੱਲ ਵੀ ਬੇਨਤੀ ਕੀਤੀ ਸੀ ਕਿ ਕੇਵਲ ਸਾਖੀ ਸੁਣ ਕੇ ਨਹੀਂ ਪਾਸੇ ਹੋ ਜਾਣਾ, ਸਾਖੀਆਂ 'ਚ ਬੜੀਆਂ ਰਮਜਾਂ ਪਾਈਆਂ ਮਹਾਰਾਜ ਨੇ। ਹੁਣ ਅਸੀਂ ਇਹ ਸਾਖੀ ਸੁਣ ਲਈ ਕਿ ਮਹਾਰਾਜ ਜੀ ਲੇਖਾ ਸਿੱਖਣਗੇ, ਪਰ ਮਹਾਰਾਜ ਨੇ ਜੋ ਆਪਣਾ ਲੇਖਾ ਦੱਸਿਆ, ਇੱਕ ਸ੍ਰੀ ਰਾਗ 'ਚ ਮਹਾਰਾਜ ਨੇ ਸ਼ਬਦ ਉਚਾਰਿਆ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਇਹ ਸਾਰੀ ਗੱਲ ਚੱਲੀ ਕਿ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਭ ਏਕ ਭਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਰਹਾਉ ਦੀਆਂ ਤਾਂ ਤੁਕਾਂ ਤੋਂ ਬਾਅਦ ਨਾ ਮਹਾਰਾਜ ਨੇ ਊੜਾ ਨਹੀਂ ਸ਼ੁਰੂ ਕੀਤਾ, ਈੜੀ ਸ਼ੁਰੂ ਕੀਤੀ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਈਵੜੀ ਆਦਿ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਕਹਿੰਦੇ ਈੜੀ ਅੱਖਰ ਤੋਂ ਇਹ ਗਿਆਨ ਲਓ ਭਾਈ ਕਿ ਉਹ ਪਰਮਾਤਮਾ ਆਦਿ ਜੁਗਾ ਤੋਂ ਦਾਤਾ ਹੈ, ਤੇ ਸੱਚ ਐਵੇਂ ਉਹ ਸੱਚਾ ਉਹੀ, ਉਹਨੂੰ ਮੰਨਣਾ ਤੇ ਉਹਨੂੰ ਜਪਣਾ ਸ਼ੁਰੂ ਕਰ ਦਿਓ, ਦਾਤਾ ਸਭ ਤੁਹਾਡੀ ਝੋਲੀ 'ਚ ਪਾ ਦੂਗਾ। ਊੜੇ ਅੱਖਰ ਦੀ ਵਿਆਖਿਆ ਮਰਜ ਕਰਕੇ ਕਹਿੰਦੇ ਨੇ ਊੜਾ ਉਪਮਾ ਤਾਕੀ ਕੀਜਾ, ਜਾਕਾ ਅੰਤ ਨਾ ਪਾਇਆ। ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦੀ ਕਦੇ ਵੀ ਉਪਮਾ ਪੂਰੀ ਕੀਤੀ ਨਹੀਂ ਜਾ ਸਕਦੀ। ਗੁਰੂ ਜੀ ਕਹਿੰਦੇ ਉਹ ਬੇਅੰਤ ਹੈ ਭਾਈ, ਇਹੋ ਅੰਤ ਨਾ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ। ਇਹ ਊੜੇ ਦੀ ਵਿਆਖਿਆ ਕੀਤੀ। ਖੈਰ ਲੰਮੇਰਾ ਸ਼ਬਦ ਹੈ, ਪੱਟੀ ਮਹਾਰਾਜ ਨੇ ਲਿਖੀ। ਇੱਕ ਸ਼ਬਦ ਮਹਾਰਾਜ ਨੇ ਹੋਰ ਲਿਖਿਆ ਜੀ, ਥੋੜੀ ਆਵਾਜ਼ ਘੱਟ ਕਰੀ। ਗੁਰੂ ਸਾਹਿਬ ਜੀ ਨੇ ਉੱਥੇ ਸ਼੍ਰੀ ਰਾਗ ਦੇ ਅੰਦਰ ਇਹ ਕਿਰਪਾ ਕੀਤੀ ਕਿ ਤੁਸੀਂ ਸਾਨੂੰ ਪੱਟੀ ਲਿਖਾਣੇ। ਹੁਣ ਦੇਖੋ ਜਦੋਂ ਪੱਟੀ ਲਿਖੀ ਜਾਂਦੀ ਸੀ ਨਾ ਪੁਰਾਣੇ ਸਮਿਆਂ 'ਚ, ਤੇ ਸਿਆਹੀ ਦੇ ਨਾਲ ਲਿਖੀ ਜਾਂਦੀ ਸੀ। ਗੁਰੂ ਸਾਹਿਬ ਜੀ ਨੇ ਜਿਹੜੀ ਪੱਟੀ ਲਿਖੀ ਸੀ, ਮਹਾਰਾਜ ਕਹਿੰਦੇ ਜਾਲ ਮੋਹ। ਮਹਾਰਾਜ ਕਹਿੰਦੇ ਦੇਖੋ ਪੰਡਿਤ ਜੀ, ਤੁਸੀਂ ਆਪਣੇ ਦੁਨੀਆ ਦੇ ਮੋਹ ਨੂੰ ਸਾੜ ਦਿਓ। ਜਾਲ ਦਾ ਭਾਵੇਂ ਜਾਲ ਦਿਓ, ਇਹਨੂੰ ਸਾੜ ਦਿਓ। ਫਿਰ ਮਹਾਰਾਜ ਜੀ ਕਹਿੰਦੇ ਜਾਲ ਮੋਹ ਘਸ ਮਸ ਕਰ, ਘਸਾਓ ਇਹਨੂੰ, ਫਿਰ ਸੜੀ ਹੋਈ ਨੂੰ ਸਵਾਹ ਨੂੰ ਘਸਾ ਦਿਓ ਤੇ ਮਸ ਕਰਦਾ ਪਾਵੇ ਦੀ ਸਿਆਹੀ ਬਣਾਓ। ਤੇ ਮਹਾਰਾਜ ਜੀ ਲਿਖੀਏ ਕਾਤੇ, ਕਾਗਜ਼ ਦੀ ਵੀ ਲੋੜ ਏ। ਗੁਰੂ ਸਾਹਿਬ ਜੀ ਕਹਿੰਦੇ ਮਤ ਕਾਗਦ ਕਰ ਸਾਰ, ਆਪਣੀ ਮਤ ਤੇ ਉੱਤੇ, ਬੁੱਧੀ ਦੇ ਉੱਤੇ। ਗੁਰੂ ਜੀ ਕਹਿੰਦੇ ਇਹਨੂੰ ਕਾਗਜ਼ ਬਣਾ ਤੇ ਦੁਨੀਆ ਦੇ ਮੋਹ ਨੂੰ ਸਾੜ ਕੇ ਸਿਆਹੀ ਬਣਾ। ਗੁਰੂ ਸਾਹਿਬ ਜੀ ਅੱਗੇ ਮਹਾਰਾਜ ਕਹਿੰਦੇ ਭਾਓ ਕਲਮ ਕਰ ਚਿੱਤ ਲਿਖਾਰੀ। ਕਹਿੰਦੇ ਕਲਮ ਕਿਹੜੀ ਲੈਣੀ ਆ? ਪ੍ਰੇਮ ਦੀ। ਇਹ ਸਾਡੇ ਲਈ ਨੇ ਕਿ ਜਦੋਂ ਗੁਰੂ ਦੇ ਗਿਆਨ ਨੂੰ ਪੜ੍ਹੀਏ ਸੰਗਤ ਜੀ, ਜਦੋਂ ਗੁਰੂ ਦਾ ਗਿਆਨ ਸੁਣੀਏ, ਬਾਣੀ ਪੜ੍ਹੀਏ ਸੁਣੀਏ, ਕਦੇ ਮੌਕਾ ਮਿਲੇ ਸਮਾਗਮਾਂ 'ਚ ਗੁਰਧਾਮਾਂ 'ਚ ਜਾਣ ਦਾ, ਤੇ ਮਹਾਰਾਜ ਕਹਿੰਦੇ ਕਾਗਜ਼ ਤੇ ਹੋਰ ਨਾ ਦੁਨੀਆ ਦਾ ਗਿਆਨ ਲਿਖੀ, ਉਦੋਂ ਮਤ ਨੂੰ ਹੀ ਕਾਗਜ਼ ਬਣਾ ਲਈ ਕਿ ਸਤਿਗੁਰੂ ਇਹ ਮਤ ਦੇ ਉੱਤੇ ਹੀ ਆਪਣੇ ਹਰਫ ਲਿਖ ਦਿਓ, ਆਪਣੇ ਅੱਖਰ ਲਿਖ ਦਿਓ, ਤਾਂ ਕਿ ਸਾਡੀ ਮਤ ਦਾ ਭਲਾ ਹੋ ਜੇ। ਜਿੱਦਾਂ ਆਪਾਂ ਪੜ੍ਹਦੇ ਹਾਂ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਗੁਰੂ ਜੀ ਕਹਿੰਦੇ ਭਾਓ ਕਲਮ ਕਰ ਚਿੱਤ ਲਿਖਾਰੀ। ਤੇ ਲਿਖਾਰੀ ਕਿਹਨੂੰ ਬਣਾਉਣਾ? ਆਪਣੇ ਮਨ ਨੂੰ ਬਣਾਉਣਾ। ਬਹੁਤੀ ਵਾਰ ਮੁਖ ਬੋਲਦਾ, ਅੱਖਾਂ ਵੇਖਦੀਆਂ, ਕੰਨ ਸੁਣਦਾ, ਤੇ ਪਰ ਬਹੁਤੀ ਵਾਰ ਮਨ ਜਿਹੜਾ ਉਹ ਗੈਰ ਹਾਜ਼ਰੀ ਰਹਿ ਜਾਂਦਾ, ਕਿਉਂਕਿ ਨਚਾ ਦੇ ਸਾਨੂੰ ਮਨ ਰਿਹਾ ਨਾ, ਤੇ ਮਨ ਨੂੰ ਅਸੀਂ ਗੁਰੂ ਅੱਗੇ ਰੱਖਣਾ ਸੀ। ਗੁਰੂ ਜੀ ਤਾਂ ਕਹਿੰਦੇ ਕਿ ਲਿਖਾਰੀ ਮਨ ਨੂੰ ਬਣਾ
ਤੇ ਫਿਰ ਮਹਾਰਾਜ ਜੀ ਲਿਖੀਏ ਕੀ ਹੁਣ? ਗੁਰੂ ਜੀ ਕਹਿੰਦੇ ਆਪਣੀਆਂ ਨਾ ਚਤਰਾਈਆਂ ਸਿਆਣਪਾਂ ਲਿਖੀ, ਗੁਰ ਪੁੱਛ ਲਿਖ ਵਿਚਾਰ। ਗੁਰੂ ਨੂੰ ਪੁੱਛ ਮਹਾਰਾਜ ਜੀ ਆਪਣੀ ਬੁੱਧੀ ਚ ਲਿਖਾਂ ਕੀ? ਤੇ ਗੁਰੂ ਕਹੂਗਾ ਸੱਚ ਲਿਖ, ਗੁਰੂ ਕਹੂਗਾ ਇਮਾਨਦਾਰੀ ਲਿਖ, ਗੁਰੂ ਕਹੂਗਾ ਝੂਠ ਨਾ ਲਿਖ, ਗੁਰੂ ਕਹੂਗਾ ਬਦੀਆਂ ਨਾ ਲਿਖ, ਗੁਰੂ ਕਹੂਗਾ ਬੇਈਮਾਨੀਆਂ ਨਾ ਲਿਖ। ਕਿਉਂਕਿ ਜਦੋਂ ਗੁਰੂ ਨੂੰ ਪੁੱਛ ਕੇ ਆਪਣੇ ਜੀਵਨ ਦੀ ਮੱਦ ਤੇ ਕੁਝ ਲਿਖੇਗਾ ਉਦੋਂ ਹਮੇਸ਼ਾ ਭਲਾ ਹੀ ਲਿਖੇਗਾ। ਕਿ ਅੱਜ ਕੌਮ ਪੁੱਛ ਰਹੀ ਆ ਮਹਾਰਾਜ ਜੀ ਨੂੰ ਕਿ ਅੱਜ ਅਸੀਂ ਉਸ ਪਾਸੇ ਆ ਰਹੇ ਹਾਂ। ਫਿਰ ਬੇਨਤੀ ਆ, ਇਹ ਸਾਖੀਆਂ ਤੇ ਅਸੀਂ ਬਚਪਨ 'ਚ ਹੀ ਪੰਜਾਬੀ ਦੀਆਂ ਗਾਈਡਾਂ ਤੋਂ ਪੜ੍ਹਨੀਆਂ ਸ਼ੁਰੂ ਕਰਤੀਆਂ ਸੀ। ਹਰ ਬੰਦੇ ਨੂੰ ਬਾਬੇ ਨਾਨਕ ਦੀਆਂ ਸਾਖੀਆਂ ਪੋਟਿਆਂ ਤੇ ਯਾਦ ਹੋਣਗੀਆਂ, ਪਰ ਉਹਨਾਂ ਸਾਖੀਆਂ 'ਚ ਕਿੰਨਾ ਗੂੜ ਗਿਆਨ ਪਿਆ ਸੀ ਭੁੱਲ ਗਏ ਸੰਗਤ ਜੀ। ਇਹ ਹੋ ਗਿਆ ਨਾ ਜੀ। ਮਹਾਰਾਜ ਜੀ ਸਤਿਗੁਰੂ ਤੋਂ ਪੁੱਛ ਲਿਆ। ਫਿਰ ਤੀਜੀ ਤੁਕ 'ਚ ਗੁਰੂ ਜੀ ਕਹਿੰਦੇ ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਅਸਲ 'ਚ ਲਿਖਣ ਦਾ ਭਾਵ ਹੈ ਕਿ ਦਿਨ ਰਾਤ ਨਾਮ ਨੂੰ ਮੰਗ, ਨਾਮ ਨੂੰ ਜਪ, ਉਹਦੀ ਸਿਫਤੋ ਸਲਾਹ ਕਰ ਤੇ ਉਹ ਸਿਫਤੋ ਸਲਾਹ ਕਰਕੇ ਕਹਿ ਜਿਹਨੂੰ ਮੈਂ ਗੁਰੂ ਗੁਰੂ ਕਹਿਣਾ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਲਿਖ ਅੰਤ ਨਾ ਪਾਰਾਵਾਰ। ਸਭ ਕੁਝ ਲਿਖ ਕੇ ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਗੁਰੂ ਜੀ ਕਹਿੰਦੇ ਚੰਗੀ ਗੱਲ ਮੱਝ ਨਿੰਦਦੇ ਨਹੀਂ ਕਿ ਦੁਨੀਆ ਦੀ ਵਿਦਿਆ ਪੜ੍ਹੀਏ, ਦੁਨੀਆ ਦੇ ਲੇਖੇ ਸਿੱਖੀਏ, ਦੁਨੀਆ 'ਚ ਲੇਖ ਜੋਖ ਸਿੱਖਾਂਗੇ, ਚੰਗੀ ਪਦਵੀ ਤੇ ਜਾਵਾਂਗੇ, ਪਰ ਉਹ ਵੀ ਬਾਣੀ ਸਿੱਖੀਏ, ਧਰਮ ਸਿੱਖੀਏ, ਵਿਚਾਰ ਸਿੱਖੀਏ, ਪੜ੍ਹਾਈ ਸਿੱਖੀਏ। ਅਕਸਰ ਦੋ ਗੱਲਾਂ ਨੇ ਸੰਸਾਰ 'ਚ, ਪੜ੍ਹਾਈ ਦੁਨੀਆ ਦੀ ਵੀ ਚਾਹੀਦੀ ਆ ਤੇ ਪੜ੍ਹਾਈ ਧਰਮ ਦੀ ਵੀ ਚਾਹੀਦੀ ਆ। ਟਕੇ ਦੁਨੀਆ ਦੇ ਵੀ ਚਾਹੀਦੇ ਨੇ ਤੇ ਧਨ ਨਾਮ ਦਾ ਵੀ ਚਾਹੀਦਾ। ਜੇ ਦੁਨੀਆ ਦੀ ਪੜ੍ਹਾਈ ਨਹੀਂ ਪੜਾਂਗੇ ਤੇ ਅਨਪੜ੍ਹ ਰਹਿ ਜਾਾਂਗੇ, ਨੌਕਰੀਆਂ ਤੇ ਨਹੀਂ ਲੱਗ ਸਕਾਂਗੇ। ਤੇ ਜੇ ਧਰਮ ਦੀ ਪੜ੍ਹਾਈ ਨਾ ਕੀਤੀ ਤੇ ਗੁਰੂ ਘਰ ਥਾਂ ਨਹੀਂ ਮਿਲਣੀ। ਦੁਨੀਆ ਦਾ ਧਨ ਨਾ ਕਮਾਇਆ ਲੋਕੀ ਸ਼ੋਭਾ ਨਹੀਂ ਦੇਣਗੇ, ਲੋੜਾਂ ਪੂਰੀਆਂ ਨਹੀਂ ਹੋਣਗੀਆਂ। ਤੇ ਮੱਝ ਕਹਿੰਦੇ ਜੇ ਨਾਮ ਧਨ ਨਾ ਕਮਾਇਆ ਤੇ ਗੁਰੂ ਨਾਨਕ ਨੇ ਢੋਈ ਨਹੀਂ ਦੇਣੀ। ਪੜ੍ਹਾਈ ਦੋਨੋਂ ਚਾਹੀਦੀ ਆ ਤੇ ਧਨ ਵੀ ਦੋਨੋਂ ਚਾਹੀਦਾ। ਅੱਜ ਮਾਫ ਕਰਿਓ, ਜਾਂ ਤੇ ਬੰਦਾ ਦੁਨਿਆਵੀ ਇੰਨੀ ਪੜ੍ਹਾਈ ਕਰ ਗਿਆ ਕਿ ਉਹ ਬਾਣੀ ਤੇ ਸ਼ੰਕੇ, ਤੇ ਜਾਂ ਬੰਦਾ ਬਾਣੀਓ ਇੰਨੀ ਪੜ੍ਹ ਜਾਂਦਾ ਕਿ ਫਿਰ ਦੁਨਿਆਵੀ ਪੜ੍ਹ ਕੇ ਕੁਛ ਰਾਜੀ ਨਹੀਂ। ਇਸ ਕਰਕੇ ਦਾ ਸੁਮੇਲ ਕਰਨਾ। ਮਹਾਰਾਜ ਕਹਿੰਦੇ ਜਿੱਥੇ ਲੇਖਾ ਮੰਗੀ ਹੈ। ਹੁਣ ਜੇ ਮਨ ਸਾਡਾ ਹੈ ਕਿ ਜੀ ਨਾ ਜੀ ਚੰਗੇ ਕੰਮ ਕਰੋ, ਬੰਦਾ ਕਿੰਨੀ ਵਧੀਆ ਮੌਤ ਮਰਿਆ, ਤੇ ਜੇ ਇਹ ਬਾਣੀ ਝੂਠੀ ਫਿਰ ਮਹਾਰਾਜ ਲਿਖ ਕੇ ਗਏ ਕਿ ਜਿੱਥੇ ਲੇਖਾ ਮੰਗੀ ਹੈ। ਇਹਦਾ ਭਾਵ ਕੋਈ ਥਾਂ ਹੈਗਾ ਜਿੱਥੇ ਕਰਮਾਂ ਦੇ ਹਿਸਾਬ ਹੁੰਦੇ ਨੇ। ਸਾਧ ਸੰਗਤ ਜੀ ਅਸੀਂ ਆਪਣੀਆਂ ਗੱਲਾਂ ਨੂੰ ਕੱਟ ਸਕਦੇ ਹਾਂ ਪਰ ਬਾਣੀ ਨੂੰ ਨਹੀਂ ਨਾ ਕੱਟ ਸਕਦੇ। ਜਿੱਥੇ ਲੇਖਾ ਮੰਗੀ ਹੈ ਮਨਾ, ਜਿੱਥੋਂ ਲੇਖਾ ਮੰਗਿਆ ਜਾਣਾ ਤਿੱਥੇ ਹੋਏ ਸੱਚਾ ਨਿਸ਼ਾਨ। ਕਹਿੰਦੇ ਤਾਂ ਤੈਨੂੰ ਪੜਿਆ ਫਿਰ ਜਾਣੀਏ, ਸਿਆਣਾ ਜਾਣੀਏ, ਦਾਨਾ ਪੁਰਸ਼ ਜਾਣੀਏ, ਜਦੋਂ ਲੇਖਾ ਮੰਗੀਏ ਤੇ ਤੂੰ ਸਿਰੇ ਚੜੇ। ਅਗਲੇਰੀਆਂ ਇਹ ਤੁਕਾਂ ਸੁਣਿਓ ਜੀ। ਗੁਰੂ ਜੀ ਕਹਿੰਦੇ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਛੱਡ ਚਾਓ। ਇਹ ਸੰਸਾਰ ਦੀਆਂ ਬਾਤਾਂ ਨਹੀਂ ਹੋ ਰਹੀਆਂ, ਅਦ੍ਰਿਸ਼ਟ ਸੰਸਾਰ ਦੀਆਂ ਗੱਲਾਂ ਗੁਰੂ ਜੀ ਕਰ ਰਹੇ ਕਿ ਜਿੱਥੇ ਜਾ ਕੇ ਤੁਹਾਨੂੰ ਖੁਸ਼ੀਆਂ ਦਾ ਭਾਵੇ, ਸਤਿਕਾਰ ਮਿਲੇ। ਅੱਗੇ ਮਹਾਰਾਜ ਨੇ ਹੋਰ ਕਿਰਪਾ ਕੀਤੀ, ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ। ਪੰਡਤ ਜੀ ਜਿਹੜੇ ਆਪਣੇ ਮਨ ਰੂਪੀ ਪੱਟੀ ਤੇ ਬੁੱਧ ਰੂਪੀ ਕਾਗਜ਼ ਤੇ ਸੱਚੇ ਨਾਮ ਨੂੰ ਲਿਖ ਲੈਂਦੇ ਨੇ, ਰੱਬ ਦੀ ਦਰਗਾਹ ਤੇ ਜਿਵੇਂ ਕੋਈ ਬੰਦਾ ਬੱਚਾ ਜਿੱਤ ਕੇ ਆਵੇ ਤੇ ਮੱਥੇ ਤੇ ਤਿਲਕ ਹਾਰ ਪੈਂਦੇ, ਉਹਨਾਂ ਦੀ ਸ਼ੋਭਾ ਹੁੰਦੀ ਅਗਲੇ ਸੰਸਾਰ 'ਚ। ਤੇ ਗੁਰੂ ਸਾਹਿਬ ਜੀ ਇਹ ਕਿਵੇਂ? ਗੁਰੂ ਜੀ ਕਹਿੰਦੇ ਕਰਮ ਮਿਲੈ ਤਾਂ ਪਾਈਐ, ਨਾਹੀ ਗੱਲੀ ਵਾਹੋ ਦਵਾਓ। ਕਹਿੰਦੇ ਗੱਲਾਂ ਨਾਲ ਨਹੀਂ ਇਹ ਬਖਸ਼ਿਸ਼ਾਂ ਹੁੰਦੀਆਂ, ਗੱਲਾਂ ਨਾਲ ਹਵਾਈ ਗੱਲਾਂ ਕਰਨ ਨਾਲ ਨਹੀਂ ਇਹ ਰਹਿਮਤਾਂ ਮਿਲਦੀਆਂ, ਕਰਮ ਮਿਲੈ। ਇਹ ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਬਖਸ਼ਿਸ਼ ਨਾਲ। ਇਹ ਹੋ ਗਏ ਦੋ, ਹੋ ਗਏ ਜੀ ਅੰਤਰੇ ਤੇ ਇੱਕ ਸਥਾਈ। ਹੁਣ ਮਹਾਰਾਜ ਨੇ ਹੋਰ ਕਿਰਪਾ ਕੀਤੀ। ਪੰਡਤ ਦੇਖੋ ਮਹਾਰਾਜ ਦੀ ਉਮਰ ਕੀ ਹੈ ਜੇ ਸਰੀਰ ਕਰਕੇ, ਰੂਹਾਨੀ ਤਾਂ ਸਤਿਪੁਰਸ਼ ਨੇ। ਗੁਰੂ ਜੀ ਕਹਿੰਦੇ ਅੱਗੇ, ਸਤਿਗੁਰੂ ਕਹਿੰਦੇ ਇੱਕ ਆਵੇ ਇੱਕ ਜਾਹੇ ਉੱਠ ਰੱਖੀਏ ਨਾਮ ਸਲਾਰ, ਨਾਉ ਜਿੰਨਾ ਸੁਲਤਾਨ ਖਾਨ। ਗੁਰੂ ਜੀ ਨੇ ਕਿਰਪਾ ਕੀਤੀ, ਇੱਕ ਆਵੇ ਇੱਕ ਜਾਹੇ ਉੱਠ ਰੱਖੀਏ ਨਾਮ ਸਲਾਰ, ਇੱਕ ਨਾ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ। ਤੇ ਅਖੀਰ ਤੇ ਕਿਹਾ ਅੱਗੇ ਗਿਆ ਜਾਣੀਐ ਬਿਨ ਨਾਮੈ ਵਿਕਾਰ। ਇਹ ਤੁਸੀਂ ਤੁਕਾਂ ਸੁਣ ਲੀਆਂ। ਇਹਦੇ ਅਰਥ ਨੇ ਕਿ ਜੋ ਵੀ ਸੰਸਾਰ ਤੇ ਆ ਰਿਹਾ ਉਹਨੇ ਜਾਣਾ ਵੀ ਹੈ ਇੱਕ ਦਿਨ। ਭਾਵੇਂ ਕਹਿੰਦੇ ਉਹ ਕਿੱਡਾ ਵੱਡਾ ਸਲਾਰ ਕਿਉਂ ਨਾ ਹੋਵੇ, ਸਲਾਰ ਦਾ ਭਾਵੇਂ ਦੁਨੀਆ 'ਚ ਸਰਦਾਰ ਕਹਾਉਂਦਾ ਹੋਵੇ ਕਿ ਮੈਂ ਜ਼ਿਮੀਂਦਾਰ ਆ, ਇੰਨਾ ਮੇਰੇ ਕੋਲ ਧਨ ਪਦਾਰਥ ਹੈ। ਹੁਣ ਦੂਜੀ ਤੁਕ ਪੜੀ ਆਪਾਂ ਕਿ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ। ਮਹਾਰਾਜ ਕਹਿੰਦੇ
ਕੋਈ ਵਿਚਾਰਾ ਧਰਤੀ ਤੇ ਆਉਂਦਿਆਂ ਹੀ ਮੰਗਣਾ ਸ਼ੁਰੂ ਕਰ ਦਿੰਦਾ, ਉਹ ਮੰਗੇ ਨਾ ਉਹਦੇ ਮੁੱਖ 'ਚ ਰੋਟੀ ਹੋਈ ਨਹੀਂ ਜਾਂਦੀ। ਹੈਗੇ ਨਾ ਸੰਸਾਰ ਤੇ ਇਦਾਂ ਦੇ, ਤੇ ਕੁਝ ਇਦਾਂ ਦੇ ਆ ਜਿਹੜੇ ਜੰਮਦਿਆਂ ਹੀ ਬਾਦਸ਼ਾਹ ਧਰਤੀ ਤੇ ਪੈਦਾ ਹੋ ਰਹੇ ਆ। ਰਾਜਿਆਂ ਦੇ ਘਰ, ਅਮੀਰਾਂ ਘਰ, ਦੋਨੋਂ ਚੀਜ਼ਾਂ ਰੱਖਤੀਆਂ। ਆ ਰਹੇ ਆ, ਜਾ ਰਹੇ ਆ, ਸਰਦਾਰ ਨੇ, ਮੰਗਤੇ ਨੇ, ਦਰਬਾਰ ਦੇ ਰਾਜੇ ਨੇ, ਪਰ ਜੇ ਪੱਲੇ ਨਾਮ ਨਾ ਹੋਇਆ, ਮਹਾਰਾਜ ਕਹਿੰਦੇ ਅੱਗੇ ਚੋਟਾਂ ਪੈਣਗੀਆਂ, ਭਾਵੇਂ ਮੰਗਤਾ ਹੋਵੇ ਤੇ ਭਾਵੇਂ ਰਾਜਾ। ਅਸੀਂ ਹਮ ਨਹੀਂ ਕਹਿੰਦੇ ਕਿ ਜੇ ਮਹੱਲ ਮਾੜੀਆਂ ਨੂੰ ਇਦਾਂ ਜੀ ਉਦਾਂ, ਤੇ ਕੀ ਕੱਖਾਂ ਦੀ ਕੁੱਲੀ ਨੂੰ ਬੜਾ ਸਤਿਕਾਰ ਦਿੱਤਾ ਮਹਾਰਾਜ ਨੇ। ਜੇ ਸ਼ਰਾਬਾਂ ਪੀਣੀਆਂ, ਕੱਖਾਂ ਦੀ ਕੁੱਲੀ 'ਚ ਕਦੇ ਨਾਮ ਨਹੀਂ ਜਪਣਾ, ਕਦੇ ਗੁਰਦੁਆਰੇ ਮੱਥੇ ਨਹੀਂ ਟੇਕਣੇ, ਤੇ ਮਹਾਰਾਜ ਕਹਿੰਦੇ ਮਤਾ ਸੋਚ ਕੇ ਮੰਗ ਕੇ ਗੁਜ਼ਾਰਾ ਕਰਦਾ, ਅੱਗੇ ਰੱਬ ਲੇਖਾ ਨਹੀਂ ਮੰਗੂਗਾ। ਲੇਖੇ ਤਾਂ ਸਭ ਕੋਲੋਂ ਹੀ ਮੰਗੇ ਜਾਣੇ ਆ ਜੀ, ਕਿਉਂਕਿ ਗੱਲ ਹੈ ਕਰਮਾਂ ਦੀ ਤੇ ਬਾਣੀ ਦੀ, ਨਾਮ ਦੀ। ਇਹ ਸਭ ਕੁਝ ਬਾਣੀ 'ਚੋਂ ਹੈ ਜੀ। ਮਹਾਰਾਜ ਨੇ ਕਿਹਾ ਅੱਗੇ ਗਿਆ ਜਾਣੀਏ। ਫਿਰ ਬੇਨਤੀ ਆ, ਇੱਥੇ ਕਤਲ ਹੋ ਜੇ, ਇੱਥੇ ਪਾਪ ਹੋ ਜੇ, ਉਹਦੀ ਸਜ਼ਾ ਇੱਥੇ ਮਿਲ ਜੂਗੀ। ਹੋ ਸਕਦਾ ਲੋਕ ਬਖਸ਼ੇ ਜਾਣ, ਪਰ ਕੁਝ ਘਰ ਇਦਾਂ ਦੇ ਆ ਜਿੱਥੇ ਸਾਡੀ ਕਰਨੀ ਨੇ ਬਚਾਉਣਾ। ਸਾਧ ਸੰਗਤ ਜੀ, ਫਿਰ ਅੱਗੇ ਗਿਆ ਜਾਣੀਏ। ਜਦੋਂ ਅੱਗੇ ਗਿਆ ਜਾਣੀਏ ਦੀ ਤੁਕ ਨੂੰ ਹਿਰਦੇ 'ਚ ਵਸਾਵਾਂਗੇ, ਕਦੇ ਨਿਤਨੇਮ 'ਚੋਂ ਨਾਗੇ ਨਹੀਂ ਪੈਣਗੇ। ਕਦੇ ਕਿਸੇ ਦਾ ਬੁਰਾ ਕਰਨ ਲੱਗੇ ਮਨ ਸੋਚੇਗਾ, ਮਨਾ ਕੱਲ ਨੂੰ ਔਖਾ ਹੋਵੇਗਾ, ਇਹਦਾ ਹਿਸਾਬ ਦੇਣ ਲੱਗੇ। ਸੱਚ ਹੈ, ਜਿਵੇਂ ਅਸੀਂ ਕਹਿੰਦੇ ਨਾ, ਪੈਸੇ ਲੈਣੇ ਸੌਖੇ, ਦੇਣੇ ਬੜੇ ਔਖੇ, ਪਾਪ ਕਮਾਉਣੇ ਬਹੁਤ ਸੌਖੇ ਆ ਸੰਗਤ ਜੀ। ਮੈਂ ਇੱਕ ਦਿਨ ਵੀਰਾਂ ਨਾਲ ਵੀ ਲੱਗਾ ਸੀ ਕਿ ਕਿਸਾਨ ਜਦੋਂ ਧਰਤੀ ਤੇ ਬੀਜ ਬੀਜਦਾ ਨਾ, ਮੰਨ ਲਓ ਹੁਣ ਕਣਕ ਦਾ ਸੀਜ਼ਨ ਆ ਜਾਣਾ, ਪੈਲੀ ਵਾਈ ਤੇ ਬੋਰਾ ਲਿਆ, ਕਸ਼ ਮਾਰ ਲਿਆ, ਮੁੱਠ ਭਰੀ ਤੇ ਸੁੱਟੀ ਗਿਆ। ਕਦੇ ਕਿਸਾਨ ਨੇ ਵੇਖਿਆ ਕਿ ਦਾਣਾ ਸਿੱਧਾ ਡਿੱਗਦਾ ਪਿਆ ਕਿ ਪੁੱਠਾ? ਨਹੀਂ ਨਾ ਵੇਖਦਾ। ਉਹ ਧਰਤੀ ਦਾ ਸੁਭਾਅ ਹੈ ਕਿ ਉੱਤੇ ਦਾਣਾ ਪੁੱਠਾ ਭਾਵੇਂ ਸਿੱਧਾ ਪਵੇ, ਧਰਤੀ ਨੇ ਉਗਾ ਦੇਣਾ ਸਿੱਟਾ, ਉਹ 'ਚ ਆਪਣਾ ਫਲ ਪਾ ਦੇਣਾ। ਜ਼ਿੰਦਗੀ 'ਚ ਮਨਾ ਜਦੋਂ ਕਰਮ ਕਰ ਲੱਗਿਆ, ਧਿਆਨ ਰੱਖੀ, ਪੁੱਠੇ ਕਰੇ ਭਾਵੇਂ ਸਿੱਧੇ, ਉੱਗਣਗੇ ਦੋਨੋਂ ਹੀ ਫਲ, ਦੋਨੋਂ ਹੀ ਉੱਗਣਗੇ। ਉੱਥੇ ਨਾ ਵੇਖੀ ਫਿਰ ਕੀ ਮਣਾ ਮੈਨੂੰ ਸੌਖੀ ਚਾਹੀਦਾ ਇਕੱਲਾ, ਨਹੀਂ। ਇਹ ਸਾਰਾ ਕੁਝ ਬਾਣੀ 'ਚੋਂ ਕੀ ਅੱਗੇ ਗਿਆ ਜਾਣੀਏ। ਮਹਾਰਾਜ ਕਹਿੰਦੇ ਬਿਨ ਨਾਵੈ ਵੇਕਾਰ, ਜੇ ਨਾਮ ਨਹੀਂ ਪੱਲੇ ਤੇ ਵਿਕਾਰ ਹੀ ਆ ਜ਼ਿੰਦਗੀ। ਅਖੀਰ ਤੇ ਗੁਰੂ ਜੀ ਨੇ ਕਿਹਾ, ਸਤਿਗੁਰੂ ਜੀ ਕਹਿੰਦੇ ਪਾਂਦਾ ਜੀ, ਭੈ ਤੇਰਾ ਡਰ ਅਗਲਾ, ਤਨ ਖੱਪ ਖੱਪ ਛਿਜੈ ਦੇ। ਇਹਦੇ ਅਰਥ ਨੇ ਕਿ ਰੱਬ ਨੂੰ ਭੁਲਾਇਆ ਜ਼ਿੰਦਗੀ 'ਚ ਤੋਖਲੇ ਲੱਗੇ ਰਹਿੰਦੇ ਨੇ। ਨਿੱਕੀ ਨਿੱਕੀ ਗੱਲ ਤੋਂ ਬੰਦਾ ਡਰੀ ਜਾਊਗਾ। ਜਿਨ੍ਹਾਂ ਨੂੰ ਰੱਬ ਗੁਰੂ ਚੇਤੇ ਨਹੀਂ ਆਉਂਦਾ, ਪਰ ਜਿਨ੍ਹਾਂ ਨੂੰ ਚੇਤੇ ਹੋਵੇ ਨਾ, ਉਹ ਕਹਿੰਦੇ ਪਰਵਾਹ ਕੋਈ ਨਹੀਂ, ਮੇਰਾ ਕਲਗੀਆਂ ਵਾਲਾ ਨਾਲ, ਕੋਈ ਨਹੀਂ, ਤੁਸੀਂ ਕਰੋ ਕੰਮ, ਅਰਦਾਸ ਕਰਦੇ ਆ, ਮਹਾਰਾਜ ਆਪੇ ਸਿਰੇ ਚਾੜੇਗਾ। ਉਹਨਾਂ ਨੂੰ ਭਰੋਸਾ ਹੁੰਦਾ ਨਾ, ਤੇ ਬਿਨਾਂ ਭਰੋਸੇ ਤੋਂ ਤੇ ਬਿੱਲੀ ਰਾਹ ਕੱਢ ਜੇ ਤੇ ਘਰ ਬਹਿ ਜਾਂਦੇ ਆ ਕੇ ਚੰਗੇ ਭਲੇ, ਕਿਉਂਕਿ ਭਰੋਸਾ ਹੀ ਨਹੀਂ ਰਿਹਾ। ਭੈ ਤੇਰਾ, ਮਹਾਰਾਜ ਕਹਿੰਦੇ ਤੇਰੇ ਤੋਂ ਬਿਨਾਂ ਜ਼ਿੰਦਗੀ ਦਾ ਨਿੱਕਾ ਨਿੱਕਾ ਡਰ ਸਤਾਉਂਦਾ ਹੈ। ਭੈ ਤੇਰਾ ਡਰ ਅਗਲਾ ਪਾਵੇ, ਬਹੁਤ ਖੱਪ ਖੱਪ ਛਿਜੈ ਦੇ, ਤੇ ਇਹ ਦੇ ਵੀ ਖੁਆਰ ਹੁੰਦੀ ਰਹਿੰਦੀ ਆ। ਨਾਉ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ। ਅਖੀਰ ਤੇ ਮਹਾਰਾਜ ਨੇ ਕਿਹਾ ਨਾਨਕ ਉੱਠੀ ਚੱਲਿਆ। ਸਤਿਗੁਰੂ ਜੀ ਕਹਿੰਦੇ ਨਾਨਕ ਉੱਠੀ ਚੱਲਿਆ, ਟੁੱਟਦੇ ਸਭ ਨੇ, ਸਾਰੇ ਦੁਨਿਆਵੀ ਨੇ, ਸਨੇਹ ਪ੍ਰੇਮ ਸੰਬੰਧੀ ਸਭ ਰਿਸ਼ਤੇ ਟੁੱਟ ਗਏ, ਜਿਨ੍ਹਾਂ ਕਰਕੇ ਪਰਮੇਸ਼ਰ ਭੁੱਲਿਆ। ਹੁਣ ਜਦੋਂ ਗੁਰੂ ਸਾਹਿਬ ਨੇ ਗੱਲਾਂ ਪਾਂਧੇ ਗੋਪਾਲ ਨੂੰ ਦੱਸੀਆਂ ਨਾ ਜੀ, ਪਾਂਧਾ ਗੋਪਾਲ ਤੇ ਚਰਨੀ ਢੱਠ ਗਿਆ। ਮਹਾਰਾਜ ਜੀ, ਮੈਂ ਤੁਹਾਨੂੰ ਕੀ ਪੜਾਉਣਾ, ਤੁਸੀਂ ਮੇਰੇ ਤੇ ਕਿਰਪਾ ਕਰਕੇ ਇਹ ਰੂਹਾਨੀਅਤ ਦੀ ਦਾਤ ਮੈਨੂੰ ਬਖਸ਼ ਦਿਓ। ਸੱਚ ਹੈ ਸੰਗਤ ਜੀ, ਗੁਰੂ ਸਾਹਿਬ ਨੇ ਮਿਹਰ ਕੀਤੀ ਤੇ ਪਾਂਧਾ ਜੀ ਨੂੰ ਉਹ ਦਾਤ ਬਖਸ਼ਿਸ਼ ਕੀਤੀ। ਚਲੋ ਮਹਾਰਾਜ ਜੀ ਘਰ ਫਿਰ ਰੁਕਣ ਲੱਗ ਪਏ। ਫਿਰ ਪੰਡਤ ਜੀ ਨੇ ਕਿਹਾ ਕਿ ਤੁਸੀਂ ਇਦਾਂ ਕਰੋ, ਜੇ ਇਹਨਾਂ ਦਾ ਧਾਰਮਿਕ ਜੀਵਨ ਵੱਲ ਜ਼ਿਆਦਾ ਖਿਆਲ ਆ ਤੇ ਤੁਸੀਂ ਪੰਡਤ ਬ੍ਰਿਜ ਲਾਲ ਕੋਲ ਭੇਜੋ। ਇਹ ਬ੍ਰਿਜ ਲਾਲ ਜੀ ਸੰਸਕ੍ਰਿਤੀ ਦੇ ਬਹੁਤ ਜ਼ਿਆਦਾ ਵਿਦਵਾਨ ਸੀ, ਤੇ ਮਹਾਰਾਜ ਜੀ ਤੁਸੀਂ ਸੰਸਕ੍ਰਿਤੀ ਦੇ ਗ੍ਰੰਥ ਪੜ੍ਹਾਓ ਇਹਨਾਂ ਨੂੰ। ਕਹਿੰਦੇ ਪੰਡਤ ਬ੍ਰਿਜ ਲਾਲ ਜੀ ਕੋਲ ਹੁਣ ਮਹਾਰਾਜ ਨੂੰ ਭੇਜਿਆ ਗਿਆ ਜੀ। ਇੱਥੇ ਦੇਵਨਾਗਰੀ ਵੀ ਸੰਸਕ੍ਰਿਤੀ ਨੂੰ ਪੜ੍ਹਨ ਦੇ ਲਈ ਦੇਵਨਾਗਰੀ ਦੇ ਅੱਖਰ ਪਾਏ ਗਏ, ਤੇ ਫਿਰ ਬੇਨਤੀ ਸ਼ੋਭਾ ਇਹਨਾਂ ਨੇ ਵੀ ਸੁਣ ਲਈ ਸੀ। ਇੱਥੇ ਵੀ ਮਹਾਰਾਜ ਨੇ ਦੁਨਿਆਵੀ ਵਿਦਿਆ ਪੜ੍ਹੀ, ਤੇ ਜੋ ਪੜ੍ਹਨੀ ਸੀ ਉਹ ਬਹੁਤ ਛੇਤੀ ਸਾਰੀ ਕਵਰ ਕੀਤੀ। ਮਹਾਰਾਜ ਨੇ ਇਹਨਾਂ ਨੂੰ ਵੀ ਨਾਮਦਾਨ ਬਖਸ਼ਿਆ, ਇਹਨਾਂ ਨੂੰ ਵੀ ਉਹ ਬਖਸ਼ਿਸ਼ ਕੀਤੀ। ਕਹਿੰਦੇ ਇੱਕ ਦਿਨ ਆਪਣੇ ਘਰ 'ਚ ਨਾ ਮਹਾਰਾਜ ਜੀ ਸ਼ਲੋਕ ਪੜ੍ਹੀ ਜਾਣ ਇਹਦਾ ਗੀਤਾ ਦਾ, ਤੇ ਬੜੇ ਹੈਰਾਨ ਹੋਏ ਪਿਤਾ ਜੀ ਕੀ ਅਜੇ ਉਮਰ ਕੀ ਆ ਤੇ ਸ਼ਲੋਕ ਕੰਠ ਪੜ੍ਹੀ ਜਾ ਰਿਹਾ। ਲੈ ਕੇ ਗਏ ਬ੍ਰਿਜ ਲਾਲ ਪੰਡਤ ਜੀ ਕੋਲ, ਤੇ ਸੰਗਤ ਜੀ ਆਪਣੀ ਆਪਣੀ ਭਾਵਨਾ ਹੁੰਦੀ। ਪਿਤਾ ਜੀ ਨੇ ਦੱਸਿਆ ਤੇ ਉਹ ਕਹਿੰਦੇ ਸੁਣਾਓ। ਪੰਡਤ ਜੀ ਕਹਿੰਦੇ ਗੁਰੂ ਨਾਨਕ ਜੀ ਨੂੰ
ਤੇ ਕਹਿੰਦੇ ਗੁਰੂ ਨਾਨਕ ਜੀ ਨੇ ਕੱਲਾ ਸ਼ਲੋਕ ਨਹੀਂ ਸੁਣਾਇਆ, ਅਰਥ ਵੀ ਕਰਤੇ। ਚਰਨਾਂ ਤੇ ਡਿੱਗ ਕੇ ਕਹਿੰਦਾ ਇਹ ਗੀਤਾ ਉਚਾਰਨ ਵਾਲਾ ਆਪ ਹੀ ਆ ਗਿਆ ਜੀ। ਵੇਖੋ ਭਾਵ